ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਖੇਪ ਸੰਤ ਬਾਬਾ ਨੰਦ ਸਿੰਘ ਜੀ ਦੇ ਜੀਵਨ ਉੱਪਰ। ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਪਿੰਡ ਸ਼ੇਰਪੁਰਾ ਤਹਿਸੀਲ ਜਗਰਾਉਂ ਵਿਖੇ ਪਿਤਾ ਸਰਦਾਰ ਜੈ ਸਿੰਘ ਜੀ ਅਤੇ ਮਾਤਾ ਜੀ ਸਦਾ ਕੌਰ ਜੀ ਦੇ ਕੁੱਖੋਂ ਹੋਇਆ। ਬਚਪਨ ਵਿੱਚ ਕਈ ਕੌਤਕ ਵਰਤੇ। ਕੁਝ ਵੱਡੇ ਹੋਏ ਰਾਜਗੀਰੀ ਅਤੇ ਲੱਕੜ ਦਾ ਕੰਮ ਵੀ ਕਰਦੇ ਰਹੇ। ਪਹਿਲੇ ਦਰਸ਼ਨ ਫਿਰੋਜ਼ਪੁਰ ਛਾਉਣੀ ਗੁਰਦੁਆਰਾ ਸਾਰਾਗੜੀ ਵਿਖੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਪ੍ਰਤੱਖ ਹੋਏ। ਉਪਰੰਤ ਹੋਰ ਅੰਮ੍ਰਿਤਸਰ ਵਿਚਰਿਆ ਤੇ ਫਿਰ ਸ੍ਰੀ ਹਜ਼ੂਰ ਸਾਹਿਬ ਵਿਖੇ 1 ਸਾਲ ਗਾਗਰ ਦੀ ਸੇਵਾ ਕੀਤੀ। ਇਹ ਸੇਵਾ ਆਮ ਬੰਦਾ ਨਹੀਂ ਕਰ ਸਕਦਾ, ਕਿਉਂਕਿ ਇਹ ਬਹੁਤ ਉੱਤਮ ਸੇਵਾ ਹੈ ਤੇ ਇਹ ਸੇਵਾ ਰਾਤ ਨੂੰ 1 ਵਜੇ ਗੋਦਾਵਰੀ ਤੋਂ ਜਲ ਦੀ ਗਾਗਰ ਲੈ ਕੇ ਆਉਣੀ ਹੁੰਦੀ ਹੈ, ਜਿਸ ਨਾਲ ਕਲਗੀਧਰ ਪਾਤਸ਼ਾਹ ਨੂੰ ਇਸ਼ਨਾਨ ਕਰਾਇਆ ਜਾਂਦਾ ਸੀ। ਉਪਰੰਤ ਉੱਥੋਂ ਬਾਬਾ ਜੀ ਦਮਦਮਾ ਸਾਹਿਬ ਪਹੁੰਚੇ ਅਤੇ ਉੱਥੋਂ ਨਜ਼ਦੀਕੀ ਹੀ ਲਹਿਰਾ ਖਾਨਾ ਹੈ, ਜਿੱਥੇ ਬਾਬਾ ਵਧਾਵਾ ਸਿੰਘ ਜੀ ਸਿਮਰਨ ਕਰਦੇ ਸਨ ਅਤੇ ਬੱਚਿਆਂ ਨੂੰ ਵਿੱਦਿਆ ਵੀ ਪੜ੍ਹਾਉਂਦੇ ਸਨ। ਸੋ ਉੱਥੋਂ ਫਿਰ ਬਾਬਾ ਜੀ ਨੇ ਸੰਸਾਰੀ ਵਿੱਦਿਆ ਹਾਸਲ ਕੀਤੀ। ਬਾਬਾ ਵਧਾਵਾ ਸਿੰਘ ਜੀ ਨੇ ਬਾਬਾ ਜੀ ਦੀ ਅਵਸਥਾ ਦੇਖ ਕੇ ਬਾਬਾ ਜੀ ਨੂੰ ਭੁੱਚੋ ਬਾਬਾ ਹਰਨਾਮ ਸਿੰਘ ਜੀ ਦੇ ਪਾਸ ਛੱਡ ਆਏ। ਭੁੱਚੋ ਵਿਖੇ ਬਾਬਾ ਜੀ ਨੇ 12 ਸਾਲ ਸੇਵਾ ਕੀਤੀ ਅਤੇ ਬਾਬਾ ਹਰਨਾਮ ਸਿੰਘ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਉਪਰੰਤ ਸੰਸਾਰ ਵਿੱਚ ਵਿਚਰੇ। ਭੁੱਚੋ ਤੋਂ ਪਾਕਿਸਤਾਨ ਦੇ ਇਲਾਕੇ ਵਿੱਚ ਚੁੰਨੀਆਂ ਦੇ ਜ਼ਖੀਰੇ ਭਾਵ ਜੰਗਲ ਵਿੱਚ ਪਹੁੰਚੇ। ਇੱਥੇ ਸਰਦਾਰ ਖੁਸ਼ਹਾਲ ਸਿੰਘ ਤੇ ਸੁਰੈਣ ਸਿੰਘ ਨੇ ਸੇਵਾ ਕੀਤੀ। ਇੱਥੋਂ ਫਿਰ ਅਚਾਨਕ ਬਾਬਾ ਜੀ ਰਾਤ ਨੂੰ 1 ਵਜੇ ਨਿਰੰਕਾਰੀ ਹੁਕਮ ਅਨੁਸਾਰ ਚੱਲ ਪਏ ਅਤੇ ਤੁਰਦਿਆਂ ਜਿਸ ਵੇਲੇ ਉਹ ਹੜੱਪੇ ਦੇ ਜੰਗਲ ਵਿੱਚ ਪਹੁੰਚੇ ਤਾਂ ਹੁਕਮ ਹੋਇਆ, ਇੱਥੇ ਬੈਠ ਜਾਓ। ਤਾਂ ਫੁੰਨਾ ਹੋਇਆ, ਇੱਥੇ ਤਾਂ 12 ਕੋਤਾ ਉਜਾੜ ਹੈ, ਇੱਥੇ ਕੰਮ ਕਿਵੇਂ ਚੱਲੇਗਾ? ਆਕਾਸ਼ਬਾਣੀ ਹੋਈ, ਫਿਕਰ ਨਾ ਕਰੋ। ਬਾਬਾ ਜੀ ਤਾਂ ਇੱਥੇ ਜੰਗਲ ਵਿੱਚ ਟਿਕ ਗਏ ਅਤੇ ਉਧਰ ਵੀਰ ਸਿੰਘ ਵਾਲੇ ਜਦੋਂ ਅੰਮ੍ਰਿਤ ਵੇਲੇ ਦਰਸ਼ਨਾਂ ਲਈ ਸੇਵਾਦਾਰ ਹਾਜ਼ਰ ਹੋਇਆ ਤਾਂ ਹੈਰਾਨ ਹੋ ਗਿਆ। ਬਾਬਾ ਜੀ ਨੂੰ ਉੱਥੇ ਨਾ ਦੇ ਕੇ ਚਿੰਤਾਪੁਰ ਹੋਇਆ। ਆਖਰ ਸੋਚ ਕੇ ਖੁਸ਼ਹਾਲ ਸਿੰਘ ਜੀ ਨੇ ਅਖਬਾਰ ਵਿੱਚ ਕਢਵਾ ਦਿੱਤਾ। ਬਾਬਾ ਜੀ ਦਾ ਸਾਰਾ ਹੁਲੀਆ ਦੱਸ ਦਿੱਤਾ ਤੇ ਲਿਖਿਆ ਕਿ ਉਸ ਨੂੰ ਬਿਨਾਂ ਖਰਚ ਦੇ 50 ਰੁਪਏ ਇਨਾਮ ਦੇਵੇਗਾ। ਤਾਂ ਜੰਗਲਾਤ ਮਹਿਕਮੇ ਦੇ ਅਫਸਰ ਨੇ ਬਾਬਾ ਜੀ ਨੂੰ ਪਹਿਚਾਣ ਲਿਆ ਤੇ ਖੁਸ਼ਹਾਲ ਸਿੰਘ ਤੱਕ ਖਬਰ ਪਹੁੰਚਾਈ। ਤਾਂ ਖੁਸ਼ਹਾਲ ਸਿੰਘ ਚਰਨਾਂ ਵਿੱਚ ਹਾਜ਼ਰ ਹੋਇਆ ਤੇ ਬੇਨਤੀ ਕੀਤੀ, ਜੀ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੈ? ਕਹਿਣ ਲੱਗੇ, ਨਹੀਂ, ਅਸੀਂ ਤਾਂ ਨਿਰੰਕਾਰ ਦੇ ਹੁਕਮ ਵਿੱਚ ਇੱਥੇ ਆਏ ਹਾਂ। ਉੱਥੇ ਫਿਰ ਇੱਕ ਭੋਰਾ ਬਣਵਾਇਆ ਤੇ ਸਹਿਜ ਸੰਪਟ ਪਾਠ ਕੀਤਾ। ਪੂਰੇ 1 ਸਾਲ ਵਿੱਚ ਪਾਠ ਕੀਤਾ। ਪਾਠ ਦੀ ਰੋਲ ਤੋਂ ਉਪਰੰਤ ਬਾਬਾ ਜੀ ਕੇਸ ਬਣ ਕੇ ਤਪੱਸਿਆ ਕਰਦੇ ਰਹੇ। ਕੇਸ ਬਣ ਕੇ ਤਪੱਸਿਆ ਕੀਤੀ ਧੰਨ ਧੰਨ ਬਾਬਾ ਨੰਦ ਸਿੰਘ ਜੀ। ਵੀਰ ਸਿੰਘ ਵਾਲੇ ਤੋਂ ਹਰ ਰੋਜ਼ ਪ੍ਰਸ਼ਾਦਾ ਪਹੁੰਚ ਜਾਂਦਾ ਰਿਹਾ, ਜੋ ਉੱਥੋਂ 12 ਮੀਲ ਦੂਰ ਸੀ। ਗੱਡੀ ਰਾਹੀਂ ਪ੍ਰਸ਼ਾਦਾ ਸਟੇਸ਼ਨ ਉੱਪਰ ਪਹੁੰਚਦਾ ਤੇ ਅੱਗੇ ਦੂਜਾ ਸਿੰਘ ਘੋੜੀ ਉੱਪਰ ਰੱਖ ਕੇ ਬਾਬਾ ਜੀ ਦੇ ਪਾਸ ਪਹੁੰਚਦਾ ਸੀ। ਫਿਰ ਕੋਤਕ ਕਰਦੇ ਬਾਬਾ ਜੀ ਭਦੌੜ ਪਹੁੰਚੇ ਤੇ ਉੱਥੇ ਬਾਹਰ ਕੁਟੀਆ ਸੀ। ਉੱਥੇ ਬਾਬਾ ਜੀ ਰਹੇ। ਸਰਦਾਰ ਦੇ ਨੌਕਰ ਪ੍ਰਸ਼ਾਦਾ ਲੈ ਕੇ ਆਏ, ਪਰ ਬਾਬਾ ਜੀ ਨੇ ਕਿਹਾ, ਜੇ ਸਰਦਾਰ ਆਪ ਆਉਣ ਤਾਂ ਛਕਾਂਗੇ। ਜਾਂ ਬਾਬਾ ਜੀ ਚਾਹੁੰਦੇ ਸਨ ਕਿ ਇਹਨਾਂ ਦਾ ਕਲਿਆਣ ਕਰੀਏ, ਪਰ ਉਹ ਨਾ ਆਏ। ਉੱਥੇ 12 ਦਿਨ ਬਾਬਾ ਜੀ ਰਹੇ ਅਤੇ ਡੇਲੇ ਤੋੜ ਕੇ ਛਕਦੇ ਰਹੇ, ਪਰ ਕਿਸੇ ਨੂੰ ਮਾੜਾ ਚੰਗਾ ਨਾ ਕਿਹਾ। ਤੇ ਇੱਥੋਂ ਫਿਰ ਸੰਤ ਘੋਲੀਆ ਵਾਲਿਆਂ ਪਾਸ ਪਹੁੰਚੇ। ਉੱਥੋਂ ਡੁੱਡੀ ਕੇ ਪਹੁੰਚੇ। ਪਿੰਡ ਤੋਂ 2-3 ਮੀਲ ਬਾਹਰ ਡੇਰਾ ਲਾਇਆ। ਪਿੰਡ ਵਿੱਚੋਂ ਸੰਗਤਾਂ ਦਰਸ਼ਨ ਮੇਲਾ ਕਰਨ ਆ ਗਈਆਂ। ਉਸ ਸਮੇਂ ਅੱਜ ਵਰਗੇ ਉਹ ਲੋਕ ਨਹੀਂ ਸਨ ਹੁੰਦੇ। ਉਹ ਸਗੋਂ ਸੰਤ ਦੀ ਸੇਵਾ ਕਰਦੇ ਸਨ ਅਤੇ ਚੰਗੇ ਕੰਮ ਵਾਸਤੇ ਵਕਤ ਵੀ ਕੱਢ ਲੈਂਦੇ ਸਨ। ਸੇਵਾ ਕਰਕੇ ਬਚਨ ਸੁਣ ਕੇ ਵਾਪਸ ਪਰਤੇ। ਰਾਤ ਨੂੰ ਬਹੁਤ ਤੂਫਾਨ ਆਇਆ, ਬੜਾ ਨੁਕਸਾਨ ਹੋਇਆ। ਬਾਬਾ ਜੀ ਨੂੰ ਤੱਤੀ ਹਵਾ ਨਾ ਲੱਗੀ। ਅਗਲੇ ਦਿਨ ਪਿੰਡ ਦੇ ਲੋਕ ਗੱਲਾਂ ਕਰਨ ਲੱਗੇ ਕਿ ਉਹ ਸੰਤ ਦੇ ਪੂਰੇ ਹੋ ਗਏ ਹੋਣਗੇ। ਸਾਰੇ ਲੋਕ ਇਕੱਠੇ ਹੋ ਕੇ ਤੁਰ ਪਏ ਤੇ ਸਾਰਿਆਂ ਨੇ ਇੱਕ ਲੱਕੜੀ ਚੁੱਕ ਲਈ ਕਿ ਦੁਬਾਰਾ ਨਾ ਆਉਣਾ ਪਵੇ। ਪਰ ਜਦੋਂ ਨੇੜੇ ਪਹੁੰਚੇ ਤਾਂ ਕਿ ਤੱਕਿਆ ਬਾਬਾ ਜੀ ਠੀਕ ਠਾਕ ਟਹਿਲ ਰਹੇ ਹਨ। ਸਭ ਨੇ ਲੱਕੜਾਂ ਸੁੱਟ ਦਿੱਤੀਆਂ ਤੇ ਬਾਬਾ ਜੀ ਦੇ ਪਾਸ ਜਾ ਕੇ ਮਾਫੀ ਮੰਗੀ। ਅਸੀਂ ਇਹ ਕੁਝ ਸੋਚ ਕੇ ਬੜੀ ਗਲਤੀ ਕੀਤੀ। ਅਸੀਂ ਹਮੇਸ਼ਾ ਸੁਣਦੇ ਰਹੇ ਹਾਂ ਕਿ ਨਿਰੰਕਾਰ ਭਗਤਾਂ ਨੂੰ ਹੱਥ ਦੇ ਕੇ ਰੱਖ ਲੈਂਦਾ ਹੈ। ਤਾਣਾ ਤੱਤੀ ਵਾਹ ਨਾ ਲੱਗਦੀ ਹੈ ਰੱਬ ਦੇ ਪਿਆਰਿਆਂ ਨੂੰ। ਬਾਬਾ ਜੀ ਮੁਸਕਰਾਏ ਤੇ ਆਖਿਆ, ਕੋਈ ਗੱਲ ਨਹੀਂ। ਇਸ ਲਈ ਬਾਬਾ ਜੀ ਉੱਥੋਂ ਜਲਦੀ ਤੁਰ ਪਏ ਤੇ ਕਿਧਰੇ ਇਹ ਲੋਕ ਰੋਲਾ ਨਾ ਪਾਉਣ, ਪਰ ਸਾਡਾ ਅਜੇ ਪ੍ਰਗਟ ਹੋਣ ਦਾ ਸਮਾਂ ਨਹੀਂ ਹੈ। ਇੱਥੋਂ ਫਿਰ ਹੋਤੀ ਮਰਦਾਨਾ ਪਹੁੰਚੇ। ਉੱਥੇ ਵੀ ਇਸੇ ਤਰ੍ਹਾਂ ਬਾਹਰ ਬਰਸਾਤੀ ਨਦੀ ਸੁੱਕੀ ਪਈ ਸੀ। ਹੋਰ ਵੀ ਸੰਗਤਾਂ ਆਰਾਮ ਕਰ ਰਹੀਆਂ ਸਨ। ਬਾਬਾ ਜੀ ਨੇ ਉੱਥੇ ਆਸਣ ਲਾ ਲਿਆ ਤੇ ਜਦੋਂ ਰਾਤ ਨੂੰ ਪਾਣੀ ਆ ਗਿਆ ਫਿਰ ਸਾਰੇ ਭੱਜ ਗਏ, ਪਰ ਬਾਬਾ ਜੀ ਉੱਥੇ ਹੀ ਬੈਠੇ ਰਹੇ। ਲੋਕ ਹੈਰਾਨ ਸਨ, ਪਰ ਜਦੋਂ ਸਮਾਧੀ ਤੋਂ ਉਥਾਨ ਹੋਏ ਤਾਂ ਕਿ ਤੱਕਿਆ ਬਾਬਾ ਜੀ ਦੇ ਕੱਪੜੇ ਸੁੱਕੇ ਹਨ। ਜਦੋਂ ਸੰਤ ਕਰਮ ਸਿੰਘ ਜੀ ਨੂੰ ਦੱਸਿਆ ਤਾਂ ਹੱਸ ਕੇ ਕਹਿਣ ਲੱਗੇ, ਇਹ ਮਹਾਂਪੁਰਖ ਤਾਂ ਉਹ ਹਨ ਜਿਨ੍ਹਾਂ ਬਾਬਸੋ ਸਾਖੀ ਵਿੱਚ ਜ਼ਿਕਰ ਹੈ। ਨੰਦ ਸਿੰਘ, ਗਰਜਾ ਸਿੰਘ ਆਦਿ ਜਿਨ ਲਾਜ ਪੰਥ ਕੀ ਸਾਜ਼ੀ। ਤਾਂ ਸਭ ਨੇ ਸ਼ਰਧਾ ਭਾਵਨਾ ਨਾਲ ਸੀਸ ਝੁਕਾਇਆ। ਇਸੇ ਤਰ੍ਹਾਂ ਵਿਚਰਦੇ ਬਾਬਾ ਜੀ ਬਾਗਾ ਪਿੰਡ ਪਾਕਿਸਤਾਨ ਵਿੱਚ ਹੈ। ਉੱਥੇ ਪਹੁੰਚੇ, ਗੁਰਦੁਆਰੇ ਗਏ। ਗ੍ਰੰਥੀ ਨੇ ਲੜਕੇ ਦੀ ਸ਼ਾਦੀ ਸੀ। ਉਸਨੇ ਧਿਆਨ ਨਾ ਦਿੱਤਾ। ਬਾਬਾ ਜੀ ਨੇ ਪਾਣੀ ਮੰਗਿਆ, ਪਰ ਉਸਨੇ ਖਰਵੇਂ ਸ਼ਬਦਾਂ ਵਿੱਚ ਆਖਿਆ, ਬਾਹਰ ਕੁਟਿਆ ਤੇ ਜਾਓ, ਉੱਥੇ ਡੋਲ ਵੀ ਹੈ, ਲੱਜ ਵੀ ਹੈ, ਪਾਣੀ ਵੀ ਹੈ।
ਪ੍ਰਸ਼ਾਦਾ ਵੀ ਮਿਲ ਜਾਏਗਾ। ਪਰ ਬਾਬਾ ਜੀ ਨੇ ਕੋਈ ਕੌੜਾ ਬਚਨ ਨਹੀਂ ਬੋਲਿਆ। ਕੁਟੀਆ ਦੇ ਜਾ ਕੇ 2-3 ਦਿਨ ਬਾਬਾ ਜੀ ਰਹੇ, ਪਰ ਕਿਸੇ ਨੇ ਵੀ ਸੇਵਾ ਨਹੀਂ ਕੀਤੀ, ਕਿਉਂਕਿ ਗ੍ਰੰਥੀ ਨੇ ਕਿਸੇ ਨੂੰ ਦੱਸਿਆ ਹੀ ਨਹੀਂ ਕਿ ਕੋਈ ਮਹਾਂਪੁਰਖ ਆਏ ਹਨ। ਤੇ ਜਦੋਂ ਇੱਥੋਂ ਦਾ ਸੰਤ ਸੇਵੀ ਹਜ਼ੂਰੀ ਰਾਮ ਉੱਥੇ ਗਿਆ ਤਾਂ ਬਾਬਾ ਜੀ ਜਾਗ ਚੁੱਕੇ ਸਨ। ਵਾਪਸੀ ਤੇ ਜਦੋਂ ਮਦੋਕੀ ਸਟੇਸ਼ਨ ਤੇ ਪਹੁੰਚਣਾ ਸੀ ਤਾਂ ਰਸਤੇ ਵਿੱਚ ਤੁਰਦੇ ਥੱਕ ਗਏ। ਇੱਥੋਂ ਦਾ ਇੱਕ ਮਜ਼ਦੂਰ ਬਾਬਾ ਜੀ ਨੇ ਆਖਿਆ, ਬਈ ਅਸੀਂ ਸਟੇਸ਼ਨ ਤੱਕ ਜਾਣਾ ਹੈ, ਜੇ ਮੋਢੇ ਦਾ ਸਹਾਰਾ ਦੇਵੇਂ। ਤਾਂ ਉਸਨੇ ਪੁੱਛਿਆ, ਕੌਣ ਹੁੰਦਾ? ਤਾਂ ਆਖਿਆ, ਅਸੀਂ ਸਾਧ ਹੁੰਦੇ ਹਾਂ। ਥੋੜੀ ਦੂਰ ਗਿਆ, ਦੇਖਿਆ ਕਛਹਿਰਾ ਤਾਂ ਕਹਿਣ ਲੱਗਾ, ਤੂੰ ਤਾਂ ਸਿੱਖ ਹੈ। ਤਾਂ ਬਾਬਾ ਜੀ ਹੱਸੇ ਤੇ ਕਹਿਣ ਲੱਗੇ, ਅਸੀਂ ਗੁਰੂ ਨਾਨਕ ਦੇ ਘਰ ਦੇ ਸਾਧ ਹਾਂ। ਇੱਥੋਂ ਬਾਬਾ ਜੀ ਲਾਇਲਪੁਰ ਚਲੇ ਗਏ ਤੇ ਬਾਗਾ ਪਿੰਡ ਵਿੱਚ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਝਗੜਾ ਹੋ ਗਿਆ, ਜਿਸ ਕਾਰਨ ਸ਼ਾਂਤੀ ਹੋ ਗਈ। ਤੇ ਤਾਂ ਇਹ ਸਮਝ ਗਏ ਕਿ ਇੱਥੇ ਸੰਤਾਂ ਦੀ ਨਿਰਾਦਰੀ ਹੋਈ ਹੈ, ਜਿਸ ਕਰਕੇ ਅਸੀਂ ਦੁਖੀ ਹਾਂ। ਤਾਂ ਕੁਝ ਸੱਜਣਾਂ ਨੇ ਬਾਬਾ ਜੀ ਪਾਸੋਂ ਮਾਫੀ ਮੰਗੀ ਤੇ ਬਾਬਾ ਜੀ ਨੇ ਕਿਰਪਾ ਕੀਤੀ ਤੇ ਸਭ ਸੁਖੀ ਹੋ ਗਏ। ਇੱਥੋਂ ਬਾਬਾ ਜੀ ਜ਼ਿਲ੍ਹਾ ਮਿਟੰਗਮਰੀ ਤਹਿਸੀਲ ਦਿਲਪਾਲਪੁਰ ਵਿਖੇ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਪੂਜੇ। ਇੱਥੇ ਉਸ ਸਮੇਂ ਮਹਾਂਪੁਰਖ ਸੰਤ ਬਚਨ ਸਿੰਘ ਜੀ ਸਨ ਤੇ ਉਹ ਆਪਣੇ ਵੱਡੇ ਮਹਾਂਪੁਰਖ ਸੰਤ ਅਨੂਪ ਸਿੰਘ ਜੀ ਦੀ ਬਰਸੀ 1 ਹਾੜ ਤੋਂ 1 ਸਾਵਣ ਤੱਕ ਭਾਰੀ ਜੋੜ ਮੇਲਾ ਕਰਕੇ ਮਨਾਉਂਦੇ। ਸੰਤਾਂ ਮਹਾਂਪੁਰਖਾਂ ਦੀਆਂ ਮੰਡਲੀਆਂ ਆ ਕੇ ਵਿਸਰਾਮ ਕਰਦੀਆਂ ਤੇ ਕਥਾ ਕੀਰਤਨ ਦਾ ਆਨੰਦ ਮਾਣਦੀਆਂ। ਭਜਨਗੜ੍ਹ ਦੇ ਬਾਹਰ ਇੱਕ ਫਟਾ ਲਿਖ ਕੇ ਲਾਇਆ ਹੋਇਆ ਸੀ ਅਤੇ ਜੋ ਉਹਨਾਂ ਮਹਾਂਪੁਰਖਾਂ ਦਾ ਉਪਦੇਸ਼ ਸੀ ਉਹ ਹਰ ਜਿਗਿਆਸੂ ਵਾਸਤੇ ਇਸ ਤਰ੍ਹਾਂ ਸੀ, ਇਹ ਹੈ ਭਜਨਗੜ੍ਹ, ਭਜਨ ਕਰਨਾ ਹੈ ਤਾਂ ਇੱਥੇ ਵੜ, ਪਾਪ ਜਾਸਨ ਚੜ, ਨਹੀਂ ਤਾਂ ਪਿਆ ਦੁਨੀਆ ਵਿੱਚ ਸੜ। ਬਾਬਾ ਜੀ ਇਹ ਪੜ੍ਹ ਕੇ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਇਹੋ ਹੀ ਪੂਰਨ ਮਹਾਂਪੁਰਖ ਦੀ ਨਿਸ਼ਾਨੀ ਹੈ ਕਿ ਉਹ ਆਪਣੇ ਸੇਵਕਾਂ ਨੂੰ ਨਾਮ ਜਪਣ ਦਾ ਹੀ ਉਪਦੇਸ਼ ਕਰਦੇ ਹਨ। ਬਾਬਾ ਜੀ 3-4 ਦਿਨ ਉੱਥੇ ਰਹੇ, ਕਥਾ ਕੀਰਤਨ ਦਾ ਆਨੰਦ ਮਾਣਦੇ ਤੇ ਬਾਕੀ ਸਮਾਂ ਜੰਗਲ ਵਿੱਚ ਤਪੱਸਿਆ ਕਰਦੇ। ਪਿਆਰ ਵਾਲਿਆਂ ਨੇ ਦੇਖਿਆ ਇਹ ਮਹਾਂਪੁਰਖ ਕਰਨੀ ਕਮਾਈ ਵਾਲੇ ਹਨ, ਤਾਂ ਉਹਨਾਂ ਨੇ ਮਹਾਂਪੁਰਖ ਬਾਬਾ ਬਚਨ ਸਿੰਘ ਜੀ ਨੂੰ ਦੱਸਿਆ। ਤਾਂ ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਕੋਈ ਮਾਮੂਲੀ ਮਹਾਂਪੁਰਖ ਨਹੀਂ ਹਨ। ਸਮਾਂ ਆਵੇਗਾ ਇਹਨਾਂ ਮਹਾਂਪੁਰਖਾਂ ਦੇ ਨਾਮ ਦੀ ਦੁਨੀਆ ਵਿੱਚ ਝੰਡੇ ਝੁੱਲਣਗੇ, ਇਸ ਲਈ ਮਹਾਂਪੁਰਖਾਂ ਦੀ ਸੇਵਾ ਕਰ ਲਓ, ਇਹ ਕਰਮਾਂ ਨਾਲ ਮਿਲਦੀਆਂ ਹਨ। ਇਹ ਸੁਣ ਮਾਸੀ ਦੇ ਪਿੰਡ ਦਾ ਰਾਈਸ ਸਰਦਾਰ ਹੁਕਮ ਸਿੰਘ ਬਾਬਾ ਜੀ ਨੂੰ ਬੇਨਤੀ ਕਰਕੇ ਆਪਣੇ ਪਿੰਡ ਲੈ ਗਿਆ ਤੇ ਸੇਵਾ ਕਰਦਾ ਰਿਹਾ। ਉੱਥੇ ਬਾਬਾ ਜੀ ਨੇ ਬਾਹਰ ਭੋਰਾ ਬਣਵਾ ਲਿਆ ਤੇ 2 ਮਹੀਨੇ ਤਪ ਕੀਤਾ। ਉਪਰੰਤ ਖੁਸ਼ੀਆਂ ਬਖਸ਼ ਕੇ ਹਵੇਲੀ ਲੱਖੇ ਪਹੁੰਚੇ। ਉੱਥੇ ਸੰਤ ਖੁਦਾ ਸਿੰਘ ਜੀ ਦੇ ਪਾਸ ਰਹੇ। ਬਾਬਾ ਜੀ ਸਿੱਖੀ ਰਹਿਤ ਵਿੱਚ ਪੂਰੇ ਸਨ। ਇੱਕ ਦਿਨ ਖੁਦਾ ਸਿੰਘ ਜੀ ਕਹਿਣ ਲੱਗੇ, ਸੰਤਾ ਜੀ ਮਹਾਂਪੁਰਖ ਕਿਉਂ ਸ਼ਰਾਂ ਵਿੱਚ ਰਹਿਣ, ਲੰਗੋਟ ਪਾ ਲਓ। ਪਰ ਕੋਈ ਉੱਤਰ ਨਹੀਂ ਦਿੱਤਾ। ਜਦੋਂ ਦੁਬਾਰਾ ਆਖਿਆ ਫਿਰ ਵੀ ਕੋਈ ਉੱਤਰ ਨਹੀਂ ਦਿੱਤਾ। ਫਿਰ ਕਈ ਦਿਨ ਪਿੱਛੋਂ ਇਹੋ ਗੱਲ ਆਖੀ ਤਾਂ ਬਾਬਾ ਜੀ ਨਾਰਾਜ਼ ਹੋ ਗਏ। ਤਾਂ ਸੰਤ ਖੁਦਾ ਸਿੰਘ ਜੀ ਨੇ ਹੱਥ ਜੋੜ ਕੇ ਮਾਫੀ ਮੰਗੀ। ਇੱਥੋਂ ਚੁਨੀਆਂ ਦੇ ਇਲਾਕੇ ਵਿੱਚ ਪਹੁੰਚੇ। ਉੱਥੇ ਕੁਝ ਸਮਾਂ ਬਖਸ਼ਿਆ ਸਰਦਾਰ ਸੁਲੱਖਣ ਸਿੰਘ ਸੇਵਾ ਕਰਦਾ ਰਿਹਾ। ਉਪਰੰਤ ਬਾਬਾ ਜੀ ਸੁਲੱਖਣ ਸਿੰਘ ਨੂੰ ਨਾਲ ਲੈ ਕੇ ਝੰਗ ਜਾਣ ਦੀ ਤਿਆਰੀ ਕਰਕੇ ਗੱਡੀ ਪਰ ਬੈਠੇ ਤੇ ਰਾਤ 2:30 ਵਜੇ ਮੰਗਿਆਣੇ ਜਾ ਉਤਰੇ। ਉੱਥੇ ਬਾਹਰ ਟਾਂਗਾ ਖੜਾ ਸੀ, ਪਰ ਉਸ ਬੈਠ ਬਾਗਾ ਵਿੱਚ ਪਿੰਡ ਜਾ ਪਹੁੰਚੇ। ਸੁਲੱਖਣ ਸਿੰਘ ਨੂੰ ਪਿੰਡ ਵਿੱਚ ਭੇਜ ਕੇ ਇੱਕ ਉੱਤਮ ਚੰਦ ਨਾਮ ਦੇ ਬੰਦੇ ਨੂੰ ਬੁਲਾਇਆ ਤੇ ਨਾਲ ਟਾਂਗੇ ਉੱਪਰ ਬਿਠਾ ਕੇ ਨਾਨਕਸਰ ਬਾਗਾ ਵਿਖੇ ਪਹੁੰਚ ਗਏ। ਇਹ ਜੋ ਨਾਨਕਸਰ ਗੁਰਦੁਆਰਾ ਸੀ, ਇੱਥੇ ਬਾਬਾ ਜੀ ਅੱਜ ਪਹਿਲੀ ਦਫਾ ਪਹੁੰਚੇ। ਇਹ ਗੁਰਦੁਆਰਾ ਕਿਵੇਂ ਅਤੇ ਕਿਸ ਨੇ ਬਣਾਇਆ ਸੀ, ਅਸੀਂ ਇਸ ਬਾਰੇ ਸੰਕੇਤ ਜੋ ਮਿਲੇ ਹਨ ਉਹ ਇਸ ਤਰ੍ਹਾਂ ਹਨ। ਇੱਕ ਗੁਰਮੁਖ ਪਿਆਰੇ ਸੰਤ ਭਗਤ ਸਿੰਘ ਜੀ ਸਨ। ਉਹ ਹਜ਼ੂਰ ਸਾਹਿਬ ਵਿਖੇ ਸੇਵਾ ਕਰਿਆ ਕਰਦੇ ਸਨ। ਉੱਥੇ ਇੱਕ ਦਿਨ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਪ੍ਰਗਟ ਹੋ ਕੇ ਹੁਕਮ ਕੀਤਾ ਕਿ ਜ਼ਿਲ੍ਹਾ ਚੰਗ ਪਿੰਡ ਬਾਗਾ ਦੇ ਨਜ਼ਦੀਕ ਸਾਡੀ ਇੱਕ ਥਾਂ ਪਈ ਹੈ ਅਤੇ ਉਸ ਦੀਆਂ ਨਿਸ਼ਾਨੀਆਂ ਇਸ ਤਰ੍ਹਾਂ ਹਨ, ਤੁਸੀਂ ਜਾ ਕੇ ਉੱਥੇ ਗੁਰਦੁਆਰਾ ਬਣਾਓ, ਸਰੋਵਰ ਬਣਾਓ ਤੇ ਸੇਵਾ ਵੀ ਕਰਵਾਓ। ਤਾਂ ਸੰਤ ਭਗਤ ਸਿੰਘ ਜੀ ਇਸ ਇਲਾਕੇ ਵਿੱਚ ਆਏ, ਥਾਂ ਲੱਭਦੇ ਰਹੇ ਪਰ ਥਾਂ ਨਹੀਂ ਲੱਭੀ। ਇੱਕ ਦਿਨ ਹੰਬ ਹਾਰ ਕੇ ਥੱਕ ਗਏ ਤੇ ਇੱਕ ਦਰਖਤ ਹੇਠਾਂ ਲੰਬੇ ਪੈ ਗਏ। ਨੀਂਦਰ ਆ ਗਈ। ਸੁਪਨਾ ਆਇਆ ਕਿ ਕਲਗੀਧਰ ਪਾਤਸ਼ਾਹ ਆਏ ਹਨ ਅਤੇ ਉਹ ਕਹਿ ਰਹੇ ਹਨ, ਤੁਹਾਨੂੰ ਥਾਂ ਨਹੀਂ ਲੱਭੀ, ਤੁਸੀਂ ਸਾਡੇ ਘੋੜੇ ਦੇ ਮਗਰ ਆ ਜਾਓ, ਤੁਹਾਨੂੰ ਥਾਂ ਦੱਸੀਏ। ਤਾਂ ਘੋੜੇ ਦੇ ਟਾਪਾਂ ਦੀ ਆਵਾਜ਼ ਸੁਣੀ ਤੇ ਜਦੋਂ ਅੱਖ ਖੁੱਲ੍ਹ ਗਈ ਤਾਂ ਕਿ ਦੇਖਿਆ ਕਿ ਉੱਥੇ ਕੁਝ ਵੀ ਨਹੀਂ, ਪਰ ਘੋੜੇ ਦੇ ਪੌੜ ਲੱਗੇ ਹੋਏ ਸਨ। ਖੜੋ ਗਏ ਅਤੇ ਉਹਨਾਂ ਪੌੜਾਂ ਦੇ ਮਗਰ ਚੱਲ ਪਏ। ਤਾਂ ਜੋ ਨਿਸ਼ਾਨੀਆਂ ਦਸੀਆਂ ਸਨ, ਸਰੋਵਰ ਦੀ ਜਗ੍ਹਾ ਤੇ 4 ਚੁਫੇਰੇ ਘੋੜੇ ਦੀਆਂ ਪੈੜਾਂ ਹਨ। ਤਾਂ ਫਿਰ ਸੰਤ ਭਗਤ ਸਿੰਘ ਜੀ ਨੇ ਉੱਥੇ ਗੁਰਦੁਆਰਾ ਬਣਾਇਆ ਤੇ ਉਸ ਦਾ ਨਾਮ ਨਾਨਕਸਰ ਰੱਖਿਆ। ਉੱਥੇ ਪਹੁੰਚ ਕੇ ਬਾਬਾ ਜੀ ਨੇ ਇਸ਼ਨਾਨ ਕੀਤਾ ਤੇ ਉੱਤਮ ਚੰਦ ਦੇ ਮੂੰਹ ਉੱਪਰ ਪਾਣੀ ਦੇ ਛਿੱਟੇ ਮਾਰ ਕੇ ਹੁਕਮ ਕੀਤਾ, ਅੱਜ ਤੋਂ ਉੱਤਮ ਚੰਦ ਨਹੀਂ ਉੱਤਮ ਸਿੰਘ ਬਣ ਗਏ ਹੋ। ਸੋ ਫਿਰ ਸੇਵਾ ਵਿੱਚ ਰਹਿਣ ਲੱਗੇ ਤੇ ਅੰਮ੍ਰਿਤ ਵੀ ਛਕ ਲਿਆ ਤੇ ਕਲਗੀਆਂ ਵਾਲੇ ਦੇ ਸਿੰਘ ਬਣ ਗਏ। ਬਾਬਾ ਉੱਤਮ ਸਿੰਘ ਜੀ ਨੇ ਬੜੀ ਸੇਵਾ ਕੀਤੀ ਪਰ ਸਦਾ ਨਿਮਰਤਾ ਤੇ ਗਰੀਬੀ ਵਿੱਚ ਸਮਾਂ ਕੱਟਿਆ। ਬਾਬਾ ਜੀ ਦੇ ਕਹਿਣ ਤੇ ਕੀ ਕੁਝ ਮੰਗ ਲਓ ਤਾਂ ਚਰਨਾਂ ਦੀ ਪ੍ਰੀਤੀ ਹੀ ਮੰਗੀ। ਇਹਨਾਂ ਦੇ ਘਰ ਵਿੱਚ ਇੱਕ ਦਿਨ ਇਹਨਾਂ ਦੇ ਘਰੋਂ ਬੀਬੀ ਆਪਣੇ ਬੱਚੇ ਗਿਆਨ ਸਿੰਘ ਨੂੰ ਖਿਡਾਉਂਦਿਆਂ ਮਾਇਆ ਦੀ ਮੰਗਣ ਲੱਗੀ। ਆਖ ਰਹੀ ਸੀ, ਲਾੜ ਵਿੱਚ ਗਿਆਨ ਸਿੰਘ ਵੱਡਾ ਹੋਵੇਗਾ, ਇਸ ਦੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਵਾਂਗੇ।
ਤੇ ਜਦੋਂ ਉੱਤਮ ਸਿੰਘ ਬਾਬਾ ਜੀ ਦੇ ਪਾਸ ਗਿਆ ਤਾਂ ਉੱਤਮ ਸਿੰਘ ਨੂੰ ਪੁੱਛਿਆ, ਕਿਉਂ ਭਾਈ, ਘਰੇ ਮਾਇਆ ਦੀ ਮੰਗ ਹੋ ਰਹੀ ਹੈ? ਤਾਂ ਬੇਨਤੀ ਕੀਤੀ, ਜੀ ਘਰ ਦੇ ਤਾਂ ਭੁੱਲੇ ਹੋਏ ਹਨ, ਸਾਨੂੰ ਤਾਂ ਖਾਣ ਪੀਣ ਜੋਗੀ ਮਿਲਦੀ ਰਹੇ, ਜੋੜਨ ਲਈ ਨਹੀਂ ਚਾਹੀਦੀ। ਤਾਂ ਬਾਬਾ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ, ਉੱਤਮ ਸਿੰਘ ਇਸੇ ਤਰ੍ਹਾਂ ਹੋਵੇਗਾ, ਪਰ ਹੁਣ ਇਹ ਕੁਦਰਤੀ ਵਰ ਹੋ ਗਏ ਹਨ ਤੇ ਜਿਸ ਲੜਕੇ ਦੇ ਵਾਸਤੇ ਮਾਇਆ ਦੀ ਮੰਗ ਕੀਤੀ ਹੈ ਉਸ ਬਾਰੇ ਵੀ ਸੁਣ ਲੈ। ਉਸ ਨੂੰ ਕਦੇ ਕੋਈ ਘਾਟਾ ਨਹੀਂ ਰਹੇਗਾ ਤੇ ਕਦੇ ਉਹ ਭੁੱਖਾ ਨਹੀਂ ਸੋਵੇਗਾ ਅਤੇ ਸਾਡੇ ਚਰਨਾਂ ਨਾਲ ਬਣੀ ਰਹੇਗੀ। ਪਰ ਜੇ ਕਦੇ ਜ਼ਿੰਦਗੀ ਵਿੱਚ ਰੁਪਏ ਜਮ੍ਹਾਂ ਕਰਨ ਬਾਰੇ ਸੋਚਿਆ ਜਮ੍ਹਾਂ ਕੀਤੇ ਤਾਂ ਉਹ ਦੁਖੀ ਹੋਵੇਗਾ। ਸੋ ਇਹ ਅਚਾਨਕ ਬਚਨ ਬਾਬਾ ਜੀ ਦੇ ਹੋ ਗਏ। ਸਮਾਂ ਪਾ ਕੇ 7 ਹੋ ਗਏ ਵਰਤੇ ਅਤੇ ਵਰਤ ਰਹੇ ਹਨ। ਸੋ ਬਾਬਾ ਉੱਤਮ ਸਿੰਘ ਜੀ ਹਰ ਵਕਤ ਬਾਬਾ ਜੀ ਦੇ ਹੁਕਮ ਵਿੱਚ ਰਹੇ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸੇ ਤਰ੍ਹਾਂ ਚੱਕਰ ਲਾਉਂਦੇ ਫਿਰ ਸ਼ੇਰਪੁਰਾ ਵਿਖੇ ਪਹੁੰਚ ਗਏ। ਉੱਥੋਂ ਫਿਰ ਕਲੇਰਾਂ ਦੀ ਸੰਗਤ ਦੀ ਬੇਨਤੀ ਮੰਨੀ, ਜਿੱਥੇ ਅੱਜ ਨਾਨਕਸਰ ਗੁਰਦੁਆਰਾ ਹੈ, ਇੱਥੇ ਪਹੁੰਚ ਗਏ ਅਤੇ ਅਨੇਕਾਂ ਕੌਤਕ ਕਰਕੇ ਸੰਸਾਰ ਨੂੰ ਤਾਰਿਆ, ਸਿੱਧੇ ਰਸਤੇ ਪਾਇਆ। ਉਹ ਸਿੱਖਿਆਦਾਇਕ ਸਾਖੀਆਂ ਆਪਾਂ ਅਗਲੀ ਵੀਡੀਓ ਵਿੱਚ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੀ। ਇਸ ਵੀਡੀਓ ਨੂੰ ਜਿੰਨਾ ਤੋਂ ਜਿੰਨਾ ਜ਼ਿਆਦਾ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।